Hello everyone, welcome back to our channel. On our channel, we are going to start a new series on IELTS Writing Task 2. This is a video 1 of the same series. For upcoming videos, kindly subscribe our channel. And now, without further ado, let's get started with the video. Let's now start with the understanding of the IELTS Task 2 topic. First of all, let's take a look on the parts of the task 2. ਸਾਨੂੰ ਪਹਿਲਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਉਹਦੇ ਪਾਰਟਸ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਕਿ ਆਪਣੇ ਕੋਲ ਕਿਹੜੇ-ਕਿਹੜੇ ਪਾਰਟਸ ਹੁੰਦੇ ਆ ਸਟੇਟਮੈਂਟ ਦੇ ਵਿੱਚ ਸੋ ਫਸਟ ਆਫ ਆਲ ਆਪਣੇ ਕੋਲ ਕੀ ਹੁੰਦਾ ਨੰਬਰ ਆਫ ਸਟੇਟਮੈਂਟਸ ਹੁੰਦੀਆਂ ਨੰਬਰ ਆਫ ਸਟੇਟਮੈਂਟਸ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਕਿੰਨੇ ਨੰਬਰ ਆਫ ਸਟੇਟਮੈਂਟਸ ਆ ਪਹਿਲਾਂ ਆਪਾਂ ਇਹ ਆਇਡੈਂਟੀਫਾਈ ਕਰਾਂਗੇ ਫਿਰ ਉਹਦੇ ਵਿੱਚ ਆਇਡੈਂਟੀਫਾਈ ਕਰਾਂਗੇ ਕਿ ਬੈਕਗਰਾਉਂਡ ਸਟੇਟਮੈਂਟ ਦਿੱਤੀ ਗਈ ਆ ਕਿਹੜੀਆਂ ਮੇਨ ਸਟੇਟਮੈਂਟਸ ਦਿੱਤੀਆਂ ਗਈਆਂ ਜਾਂ ਇੱਕੋ ਹੀ ਮੇਨ ਸਟੇਟਮੈਂਟ ਹੈ ਕਿੰਨੇ ਨੰਬਰ ਆਫ ਕੁਐਸਚਨਸ ਅਤੇ ਕਿਹੜੇ ਟਾਈਪ ਆਫ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਹੈ ਇਹਨੂੰ ਹੁਣ ਆਪਾਂ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਸਾਰਿਆਂ ਨੂੰ ਡਿਸਕਸ ਕਰਦੇ ਹਾਂ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਤੇ ਉਹਨਾਂ ਨੂੰ ਕਿਵੇਂ-ਕਿਵੇਂ ਆਪਾਂ ਪਛਾਣ ਸਕਦੇ ਹਾਂ ਕਿ ਕਿਹੜੀ-ਕਿਹੜੀ ਸਟੇਟਮੈਂਟ ਦਿੱਤੀ ਗਈ ਹੈ ਸੋ ਫਸਟ ਆਫ ਆਲ ਆਪਣੇ ਕੋਲ ਹੈਗੀ ਆ ਬੈਕਗਰਾਉਂਡ ਸਟੇਟਮੈਂਟ ਸੋ ਬੈਕਗਰਾਉਂਡ ਸਟੇਟਮੈਂਟ ਕੀ ਹੁੰਦੀ ਆ ਸਟੂਡੈਂਟਸ ਬੈਕਗਰਾਉਂਡ ਸਟੇਟਮੈਂਟਸ ਹੁੰਦੀ ਆ ਜਿਹਦੇ ਵਿੱਚ ਆਪਣੇ ਕੋਲ ਇਨਫੋਰਮੇਸ਼ਨ ਦਿੱਤੀ ਗਈ ਹੋਵੇ ਮੇਨ ਟੌਪਿਕ ਦੇ ਬਾਰੇ ਹੁਣ ਇੱਥੋਂ ਆਪਾਂ ਇਹ ਕਨਫਿਊਜ਼ ਨਹੀਂ ਹੋਣਾ ਮੇਨ ਟੌਪਿਕ ਬਾਰੇ ਜਸਟ ਸਲਾਈਟ ਇਨਫੋਰਮੇਸ਼ਨ ਦਿੱਤੀ ਗਈ ਹੋਊਗੀ ਇਹ ਆਪਣਾ ਮੇਨ ਟੌਪਿਕ ਨਹੀਂ ਹੋਊਗਾ ਬਿਲਕੁਲ ਵੀ ਠੀਕ ਹੈ ਮੇਨ ਟੌਪਿਕ ਮਤਲਬ ਜਿਹਦੇ ਉੱਤੇ ਆਪਾਂ ਐਸੇ ਪੂਰਾ ਆਪਦਾ ਫਰੇਮ ਕਰਨਾ ਹੁੰਦਾ ਉਹ ਮੇਨ ਟੌਪਿਕ ਹੋਊਗਾ ਨੈਕਸਟ ਆਪਣੇ ਕੋਲ ਆ ਜਾਂਦੀ ਆ ਮੇਨ ਸਟੇਟਮੈਂਟ 1 ਮੇਨ ਸਟੇਟਮੈਂਟ 1 ਦੇ ਵਿੱਚ ਕੀ ਹੋਊਗਾ ਆਪਣੇ ਕੋਲੇ ਮੇਨ ਸਟੇਟਮੈਂਟ 1 ਦੇ ਵਿੱਚ ਆਪਣੇ ਕੋਲ ਹੋਊਗਾ ਮੇਨ ਟੌਪਿਕ ਮੇਨ ਸਟੇਟਮੈਂਟ 2 ਕਈ ਵਾਰ ਹੋ ਸਕਦੀ ਹੈ ਕਈ ਕੁਐਸਚਨਸ ਨਹੀਂ ਵੀ ਹੋ ਸਕਦੀ ਸੇਮ ਗੋਜ਼ ਵਿਦ ਦ ਬੈਕਗਰਾਉਂਡ ਸਟੇਟਮੈਂਟ ਕਈ ਕੁਐਸਚਨਸ ਦੇ ਵਿੱਚ ਆਪਣੇ ਕੋਲ ਬੈਕਗਰਾਉਂਡ ਸਟੇਟਮੈਂਟ ਹੋ ਸਕਦੀ ਹੈ ਕਈਆਂ ਵਿੱਚ ਨਹੀਂ ਵੀ ਹੋ ਸਕਦੀ ਸੋ ਮੇਨ ਸਟੇਟਮੈਂਟ 2 ਆਪਣੇ ਕੋਲ ਕੀ ਹੋਗੀ ਮੇਨ ਸਟੇਟਮੈਂਟ 2 ਹੋਗੀ ਕੌਂਟਰਡਿਕਟਰੀ ਹੋ ਸਕਦੀ ਹੈ ਫਰਸਟ ਸਟੇਟਮੈਂਟ ਦੀ ਜਾਂ ਐਕਸਟੈਂਡਡ ਪਾਰਟ ਹੋ ਸਕਦੀ ਆ ਉਸੇ ਸਟੇਟਮੈਂਟ ਦਾ ਕੌਂਟਰਡਿਕਟਰੀ ਮੀਨਸ ਜਦੋਂ ਆਪਣੇ ਕੋਲੇ ਦੋ ਵਿਊਜ਼ ਦਿੱਤੇ ਗਏ ਹੋਣ some part of the population thinks this and some other part thinks otherwise okay so contradictory ਹੋ ਸਕਦੀ ਹੈ ਜਾਂ ਆਪਣੇ ਕੋਲੇ ਸੇਮ ਹੀ ਸਟੇਟਮੈਂਟ ਨੂੰ ਅੱਗੇ ਐਕਸਟੈਂਡ ਕੀਤਾ ਗਿਆ ਹੋ ਸਕਦਾ ਉਹ ਆਪਣੇ ਕੋਲ ਹੋ ਸਕਦੀ ਹੈ ਕਲੀਅਰ ਗਾਇਸ ਨੈਕਸਟ ਆਪਾਂ ਇੱਕ ਦੇਖਦੇ ਹਾਂ ਐਗਜ਼ਾਮਪਲ ਆਪਣੇ ਕੋਲ ਇੱਕ ਕਿਹੜੀ ਐਗਜ਼ਾਮਪਲ ਹੁੰਦੀ ਹੈ ਜੇ ਤੁਸੀਂ ਦੇਖੋਗੇ ਤਾਂ ਤੁਹਾਡੇ ਟਾਸਕ 2 ਜਿਹੜਾ ਹੋਊਗਾ ਉਹ ਇਸੇ ਫਾਰਮੈਟ ਦੇ ਵਿੱਚ ਤੁਹਾਨੂੰ ਕੁਐਸਚਨ ਦੇ ਵਿੱਚ ਇਸੇ ਫਾਰਮੈਟ ਆਫ ਕੁਐਸਚਨਸ ਦੇ ਵਿੱਚ ਪੁੱਛਿਆ ਜਾਊਗਾ ਸੋ ਲੈਟਸ ਰੀਡ ਆਊਟ some people say that the best way to improve public health is by increasing the number of sports facilities others however say that this would have little effect on public health and that other measures are required discuss both these views and give your opinion so guys ਆਪਾਂ ਇੱਕ ਵਾਰੀ ਇਹਨੂੰ ਸਟੇਟਮੈਂਟ ਨੂੰ ਰੀਡ ਆਊਟ ਕਰ ਲਿਆ ਬਟ ਨਾਓ ਹੁਣ ਆਪਾਂ ਕੀ ਕਰਨਾ ਆਪਾਂ ਆਇਡੈਂਟੀਫਾਈ ਕਰਨਾ ਕਿ ਆਪਾਂ ਨੂੰ ਕਿਹੜੇ-ਕਿਹੜੇ ਪਾਰਟਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਆ ਸੋ ਲੈਟਸ ਆਇਡੈਂਟੀਫਾਈ ਇਟ ਸਟੇਟਮੈਂਟ 1 ਜੇ ਆਪਾਂ ਦੇਖੀਏ ਤਾਂ ਪਹਿਲੀ ਸਟੇਟਮੈਂਟ ਆਪਾਂ ਨੂੰ ਕੀ ਦਿੱਤੀ ਗਈ ਹੈ some people say that the best way to improve public health is by increasing the number of sports facilities ਸੋ ਨਾਓ ਹੁਣ ਰਾਜੇ ਇਹਦੇ ਵਿੱਚੋਂ ਆਪਾਂ ਸਟੇਟਮੈਂਟ 1 ਤਾਂ ਦੇਖ ਲਈ ਬਟ ਇਹਦੇ ਵਿੱਚੋਂ ਆਪਾਂ ਇਹ ਵੀ ਦੇਖਣਾ ਹੈ ਕਿ ਆਪਣੇ ਕੋਲ ਮੇਨ ਟੌਪਿਕ ਕਿਹਦੇ ਬਾਰੇ ਗੱਲ ਕੀਤੀ ਗਈ ਆ ਇਹ ਜੇ ਤੁਹਾਨੂੰ ਹਾਲੇ ਨਹੀਂ ਸਮਝ ਆ ਰਿਹਾ ਤਾਂ ਪਲੀਜ਼ ਦੂਜੀ ਸਟੇਟਮੈਂਟ ਵੀ ਆਪਾਂ ਨਾਲ ਦੀ ਨਾਲ ਪੜ੍ਹ ਲੈਂਦੇ ਹਾਂ others however say that this would have little effect on public health that other measures are required ਸੋ ਪਬਲਿਕ ਹੈਲਥ ਆਪਣੇ ਕੋਲੇ ਦੋ ਵਾਰੀ ਸਟੇਟਮੈਂਟ ਦੇ ਵਿੱਚ ਆਇਆ ਹੋਇਆ ਫਰਸਟ ਸਟੇਟਮੈਂਟ ਦੇ ਵਿੱਚ ਵੀ ਉਹਨਾਂ ਨੇ ਪਬਲਿਕ ਹੈਲਥ ਬਾਰੇ ਗੱਲ ਕੀਤੀ ਹੈ ਸੈਕੰਡ ਸਟੇਟਮੈਂਟ ਦੇ ਵਿੱਚ ਵੀ ਉਹਨਾਂ ਨੇ ਪਬਲਿਕ ਹੈਲਥ ਬਾਰੇ ਗੱਲ ਕੀਤੀ ਆ ਸੋ ਇਟ ਮੀਨਸ ਆਪਣਾ ਮੇਨ ਟੌਪਿਕ ਕੀ ਆ ਆਪਣੇ ਕੋਲੇ ਪਬਲਿਕ ਹੈਲਥ ਹੁਣ ਪਬਲਿਕ ਹੈਲਥ ਆਪਣੇ ਕੋਲ ਮੇਨ ਟੌਪਿਕ ਆ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਿਰਫ ਪਬਲਿਕ ਹੈਲਥ ਬਾਰੇ ਹੀ ਲਿਖਣਾ ਹੈ ਕੁਝ ਵੀ ਲਿਖ ਦਾਂਗੇ ਕੁਝ ਵੀ ਨਹੀਂ ਲਿਖਾਂਗੇ ਆਪਣੇ ਕੋਲ ਉਹਨਾਂ ਨੇ ਪਹਿਲੀ ਸਟੇਟਮੈਂਟ ਦੇ ਵਿੱਚ ਜੋ ਉਹਨਾਂ ਨੇ ਕਿਹਾ ਆ ਬੈਸਟ ਵੇ ਟੂ ਇੰਪਰੂਵ ਮੀਨਸ ਉਹਨਾਂ ਨੇ ਆਪਾਂ ਨੂੰ ਇੱਕ ਸੋਲਿਊਸ਼ਨ ਦਿੱਤਾ ਕੀ ਸੋਲਿਊਸ਼ਨ ਦਿੱਤਾ ਨੰਬਰ ਆਫ ਸਪੋਰਟਸ ਫੈਸਿਲਿਟੀਜ਼ ਨੂੰ ਇਨਕਰੀਜ਼ ਕਰ ਦਿਓ
ਸੈਕਿੰਡ, ਹੁਣ ਦੇਖੋ ਮੈਂ ਤੁਹਾਨੂੰ ਕਿਹਾ ਸੀ ਕੰਟਰਾਡਿਕਟਰੀ ਸਟੇਟਮੈਂਟ ਹੋ ਸਕਦੀ ਆ, ਸੋ ਇਹਦੇ ਵਿੱਚ ਕੀ ਉਹਨਾਂ ਨੇ ਪਾਇਆ ਅਦਰਸ ਹਾਊਐਵਰ। ਹਾਊਐਵਰ ਮੀਨਸ ਆਪਾਂ ਕਿੱਥੇ ਲਾਉਣੇ ਹੁੰਦੇ ਆ, ਜਿੱਥੇ ਆਪਾਂ ਕੰਟਰਾਡਿਕਟਰੀ ਗੱਲ ਕਰਨੀ ਹੁੰਦੀ ਹੈ। ਸੋ ਕੰਟਰਾਡਿਕਟਰੀ ਗੱਲ ਇੱਥੇ ਉਹਨਾਂ ਨੇ ਕੀ ਕੀਤੀ ਆ ਕਿ ਇਹਦੇ ਨਾਲ ਬਹੁਤ ਘੱਟ ਇਫੈਕਟ ਹੋਊਗਾ, ਹੋਰ ਵੀ ਮੇਜਰਸ ਹੋਣੇ ਚਾਹੀਦੇ ਆ, ਉਹਨਾਂ ਦੀ ਜ਼ਰੂਰਤ ਹੈ। ਕਲੀਅਰ ਗਾਈਜ਼। ਇੱਥੇ ਆਪਾਂ ਇਹ ਨਹੀਂ ਦੇਖ ਰਹੇ ਫਿਲਹਾਲ ਕਿ ਅਸੀਂ ਇਹਨੂੰ ਆਨਸਰ ਕਿਸ ਤਰੀਕੇ ਨਾਲ ਕਰਾਂਗੇ, ਵੀ ਆਰ ਜਸਟ ਅੰਡਰਸਟੈਂਡਿੰਗ ਦ ਕੁਐਸਚਨ, ਕਿਉਂਕਿ ਬੇਸਿਸ ਆਫ ਰਾਈਟਿੰਗ ਟਾਸਕ 2 ਇਜ਼ ਅੰਡਰਸਟੈਂਡਿੰਗ ਆਫ ਦ ਕੁਐਸਚਨ। ਜਿਨ ਟਾਈਮ ਸਾਨੂੰ ਕੁਐਸਚਨ ਦੀ ਅੰਡਰਸਟੈਂਡਿੰਗ ਨਹੀਂ ਹੋਊਗੀ ਅਸੀਂ ਆਨਸਰ ਨਹੀਂ ਲਿਖ ਪਾਵਾਂਗੇ। ਸੋ ਗਾਈਜ਼ ਨੈਕਸਟ ਆਪਾਂ ਦੇਖਦੇ ਹਾਂ ਵੀ ਆਪਣੇ ਕੋਲ ਕੁਐਸਚਨਸ ਕਿਹੜੇ ਕਿਹੜੇ ਆ। ਕੁਐਸਚਨਸ ਆਪਣੇ ਕੋਲੇ ਦੋ ਹੈ। ਕਿਹੜੇ ਕੁਐਸਚਨਸ ਹੈ? ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ। ਕਲੀਅਰ। ਹੁਣ ਇਹਦੇ ਵਿੱਚ ਵੀ ਆਪਣੇ ਕੋਲ ਜਿਹੜਾ ਕੁਐਸਚਨ 1 ਹੈ ਉਹਦੇ ਵਿੱਚ ਆਪਣੇ ਕੋਲੇ ਕੀ ਕੀ ਦਿੱਤਾ ਗਿਆ? ਦੋ ਵਿਊਜ਼ ਹੈ, ਮੀਨਸ ਕੁਐਸਚਨ 1 ਦੇ ਵੀ ਦੋ ਪਾਰਟਸ ਹੈ। ਪਾਰਟ 1 ਇਜ਼ ਵਨ ਵਿਊ ਐਂਡ ਪਾਰਟ 2 ਇਜ਼ ਦ ਅਦਰ ਵਿਊ। ਥਰਡ ਕੁਐਸਚਨ ਆਪਣੇ ਕੋਲੇ ਕੀ ਹੈ? ਗਿਵ ਯੋਰ ਓਪੀਨੀਅਨ। ਨੈਕਸਟ ਹੁਣ ਆਪਾਂ ਜੇ ਦੇਖੀਏ ਕਿ ਆਪਾਂ ਰਿਵਿਊ ਕਰੀਏ ਕਿ ਆਪਣੇ ਕੋਲੇ ਕੀ ਕੀ ਆਪਾਂ ਇਹਦੇ ਵਿੱਚੋਂ ਲਿਆ ਆ, ਸੋ ਕੀ ਕੀ ਰੀਡ ਆਊਟ ਕੀਤਾ ਆਪਾਂ। ਕੁਐਸਚਨ ਦੇ ਵਿੱਚ ਕੀ ਸੀਗਾ? ਦੋ ਸਟੇਟਮੈਂਟ ਸੀਗੀਆਂ, ਟੂ ਸਟੇਟਮੈਂਟਸ which are both different ideas। ਦੋ ਸਟੇਟਮੈਂਟਸ ਆਪਣੇ ਕੋਲੇ both are different ideas or I can say contradictory ideas। ਦੋ ਕੁਐਸਚਨ ਸੀਗੇ ਬਟ ਉਹਦੇ ਵਿੱਚ ਵੀ ਕੁਐਸਚਨ 1 ਦੇ ਵਿੱਚ ਦੋ ਪਾਰਟ ਸੀਗੇ। ਕਿਉਂ? ਕਿਉਂਕਿ ਦੋਨਾਂ ਵਿਊਜ਼ ਦੇ ਬਾਰੇ ਗੱਲ ਕਰਨੀ ਸੀ। ਐਂਡ ਕੁਐਸਚਨ 2 ਦੇ ਵਿੱਚ ਕੀ ਸੀਗਾ ਆਪਣੇ ਕੋਲੇ? ਪਾਰਟ 1 ਸੀਗਾ। ਟੋਟਲ ਆਪਣੇ ਕੋਲ ਕਿੰਨੇ ਕੁਐਸਚਨਸ ਹੋ ਗਏ ਰਾਜੇ? 3 ਕੁਐਸਚਨਸ। ਤੇ ਨੰਬਰ ਆਫ ਸਟੇਟਮੈਂਟਸ ਆਪਣੇ ਕੋਲ ਕਿੰਨੀਆਂ ਹੋ ਗਈਆਂ? 2 ਸਟੇਟਮੈਂਟਸ। ਨਾਓ ਇਹ ਆਪਾਂ ਕਿਉਂ ਕੀਤਾ ਆ? ਅੰਡਰਸਟੈਂਡਿੰਗ ਆਪਾਂ ਕਿਉਂ ਕੀਤੀ ਆ? ਕਿਉਂਕਿ ਆਪਣਾ ਜਦੋਂ ਆਪਾਂ ਦੇਖਦੇ ਹਾਂ ਆਪਣਾ ਰਾਈਟਿੰਗ ਕ੍ਰਾਈਟੇਰੀਆ ਦੇਖਦੇ ਹਾਂ, ਉਹਦੇ ਵਿੱਚੋਂ ਜਿਹੜੇ ਆਪਣੇ ਕੋਲ ਪਹਿਲਾ ਕ੍ਰਾਈਟੇਰੀਆ ਆਉਂਦਾ ਆ ਜਾਂ ਤੁਸੀਂ ਪੈਰਾਮੀਟਰ ਕਹਿ ਲੈਂਦੇ ਹੋ, ਤਾਂ ਉਹਨੂੰ ਕੀ ਕਹਿੰਦੇ ਆਪਾਂ? ਟਾਸਕ ਰਿਸਪੌਂਸ। ਟਾਸਕ ਰਿਸਪੌਂਸ ਦਾ ਆਪਣੇ ਕੋਲੇ ਫਰਸਟ ਪਾਰਟ ਹੈ ਐਡਰੈਸ ਆਲ ਦ ਪਾਰਟ ਆਫ ਦ ਕੁਐਸਚਨਸ ਐਂਡ ਐਡਰੈਸ ਆਲ ਦ ਕੁਐਸਚਨਸ। ਆਲ ਦ ਪਾਰਟ ਆਫ ਦ ਕੁਐਸਚਨਸ ਆਪਾਂ ਨੂੰ ਕਿੱਥੋਂ ਪਤਾ ਲੱਗਣਗੇ? ਜਦੋਂ ਆਪਾਂ ਸਟੇਟਮੈਂਟਸ ਨੂੰ ਐਨਾਲਾਈਜ਼ ਕਰਾਂਗੇ। ਤਾਂ ਸਟੇਟਮੈਂਟਸ ਆਪਣੇ ਕੋਲ ਕਿੰਨੀਆਂ ਸੀਗੀਆਂ? ਜੇ ਆਪਾਂ ਰਿਕਾਲ ਕਰੀਏ ਤਾਂ ਆਪਣੇ ਕੋਲ ਦੋ ਸਟੇਟਮੈਂਟਸ ਸੀਗੀਆਂ। ਆਨਸਰ ਆਲ ਦ ਕੁਐਸਚਨਸ। ਕੁਐਸਚਨਸ ਆਪਣੇ ਕੋਲ ਕਿੰਨੇ ਸੀਗੇ ਰਾਜੇ? 3 ਕੁਐਸਚਨ ਸੀਗੇ। ਸੋ ਇਹਦੇ ਤੋਂ ਆਪਾਂ ਦੇਖ ਸਕਦੇ ਕਿ ਆਪਾਂ ਟਾਸਕ ਰਿਸਪੌਂਸ ਦਾ ਫਰਸਟ ਪਾਰਟ ਬਿਲਕੁਲ ਕਲੀਅਰ ਕਰ ਲਾਂਗੇ ਜੇ ਅਸੀਂ ਇਹਨੂੰ ਸਟੇਟਮੈਂਟ ਨੂੰ ਬਿਲਕੁਲ ਚੰਗੀ ਤਰ੍ਹਾਂ ਨਾਲ ਸਮਝਾਂਗੇ ਜਾਂ ਅੰਡਰਸਟੈਂਡ ਕਰਾਂਗੇ। ਕਲੀਅਰ? So students, task response is most important as you all know. It is 25%, but your cohesion and coherence also depends upon your task response। ਇਹ ਆਪਾਂ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕਰਾਂਗੇ, ਬਟ for this video that's all and thank you for watching। ਹੋਰ ਵੀ ਇੱਦਾਂ ਦੀਆਂ ਵੀਡੀਓਜ਼ ਤੁਸੀਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ। ਜੇ ਕੋਈ ਤੁਹਾਡੀਆਂ ਹੋਰ ਕੁਐਰੀਜ਼ ਹੋਈਆਂ ਪਲੀਜ਼ ਕਮੈਂਟ ਬਿਲੋ ਇਨ ਦ ਕਮੈਂਟ ਸੈਕਸ਼ਨ। ਥੈਂਕ ਯੂ ਸੋ ਮਚ।